Dear students, very good morning. Today we are going to discuss the first topic, electromotive force of a cell. ਹੁਣ ਤੁਸੀਂ ਜੇ ਕਿਸੇ ਵੀ ਸਰਕਟ ਦੇ ਵਿੱਚੋਂ ਕਰੰਟ ਪਾਸ ਕਰਵਾਉਣਾ ਚਾਹੁੰਦੇ ਹੋ ਤੇ ਉਸ ਸਰਕਟ ਦੇ ਉੱਤੇ ਕਰੰਟ ਨੂੰ ਪਾਸ ਕਰਨ ਦੇ ਲਈ ਤੁਹਾਨੂੰ ਕੋਈ ਸੋਰਸ ਚਾਹੀਦਾ एनर्जी का, ठीक है, या ਅਸੀਂ ਇਹ ਕਹਿ ਸਕਦੇ ਹਾਂ सोर्स ऑफ एक्सटर्नल फोर्स चाहिए ਜਿਹੜਾ ਕਿਸੇ ਸਰਕਟ ਦੇ ਵਿੱਚੋਂ करंट ਨੂੰ पास करवा दे, ठीक है. इलैक्ट्रिक करंट इज पॉसिबल इन ए क्लोज सर्किट इफ देयर इज ए सोर्स ऑफ एक्सटर्नल फोर्स ਜਿਹੜਾ कि कंपैल करेगा करंट ਨੂੰ ਜਾਂ करंट कैरियर्स ਨੂੰ मूव ਕਰਨ ਦੇ ਲਈ इन ए डेफिनेट डायरेक्शन, मतलब फ्रॉम लो पोटेंशियल एनर्जी टू हाई पोटेंशियल एनर्जी. ये जी एक्सटर्नल फोर्स है जी करंट कैरियर्स ਨੂੰ मूव करवाती है इन ए डेफिनेट डायरेक्शन, उस फोर्स ਨੂੰ ਆਪਾਂ बोलते हैं इलैक्ट्रोमोटिव फोर्स, ठीक है. बट इलैक्ट्रोमोटिव फोर्स इज नॉट ए फोर्स एट ऑल. इलैक्ट्रोमोटिव फोर्स कोई फोर्स नहीं है, बट इट इज द अमाउंट ऑफ वर्क ਜਿਹੜਾ ਕੋਈ ਸੋਰਸ ਕਰ ਸਕਦਾ ਸਰਕਟ ਦੇ ਵਿੱਚ ਇੱਕ ਯੂਨਿਟ ਚਾਰਜ ਨੂੰ ਇੱਕ ਵਾਰੀ ਕੰਪਲੀਟ ਵਾਪਸ ਲਿਆਉਣ ਦੇ ਵਿੱਚ, ਠੀਕ ਹੈ. ਤੇ ਮੈਂ ਜੇ ਡੈਫੀਨੇਸ਼ਨ ਦੇ ਵੱਲ ਚਲਾਂ ਤੇ EMF ਦੀ ਡੈਫੀਨੇਸ਼ਨ ਕਿਸ ਤਰ੍ਹਾਂ ਬਣੇਗੀ ਉਹ ਮੈਂ ਦੱਸ ਦਿੰਦਾ. ਸਭ ਤੋਂ ਪਹਿਲੇ ਆਪਾਂ ਇੰਟਰੋਡਕਸ਼ਨ ਕੀਤੀ ਹੈ ਕਿ ਇਲੈਕਟ੍ਰਿਕ ਕਰੰਟ ਕਿਸੇ ਕਲੋਜ਼ ਸਰਕਟ ਦੇ ਵਿੱਚ ਉਦੋਂ ਹੀ ਪੋਸੀਬਲ ਹੁੰਦਾ ਹੈ ਜੇਕਰ ਕੋਈ ਐਕਸਟਰਨਲ ਸੋਰਸ ਲੱਗਾ ਹੋਏ ਫੋਰਸ ਦਾ ਜਿਹੜਾ ਕਰੰਟ ਕੈਰੀਅਰਸ ਨੂੰ ਕੰਪੈਲ ਕਰੇ ਮੂਵ ਕਰਨ ਦੇ ਲਈ ਇਨ ਡੈਫੀਨਿਟ ਡਾਇਰੈਕਸ਼ਨ ਇਨ ਸਰਕਟ. ਤੇ ਉਹ ਜਿਹੜਾ ਕਰੰਟ ਨੂੰ ਕੰਪੈਲ ਕਰਨ ਵਾਲੀ ਐਕਸਟਰਨਲ ਫੋਰਸ ਹੈ ਉਹਦਾ ਨਾਮ ਅਸੀਂ ਇਲੈਕਟ੍ਰੋਮੋਟਿਵ ਫੋਰਸ ਰੱਖਦਾ. ਜਦ ਕਿ ਮੈਂ ਹੁਣ ਕਹਿ ਰਿਹਾ ਇਲੈਕਟ੍ਰੋਮੋਟਿਵ ਫੋਰਸ ਇਜ਼ ਨਾਟ ए फोर्स एट ऑल, ठीक है. ਹੁਣ ਇਹ ਕੀ ਹੈ ਫਿਰ? ਸਿੰਪਲ ਵਰਡ ਦੇ ਵਿੱਚ ਤੇ ਇਹੀ ਕਿਹਾ ਜਾਂਦਾ ਹੈ ਕਿ ਕੋਈ ਨਾ ਕੋਈ ਫੋਰਸ ਚਾਹੀਦੀ ਹੈ ਜਿਹਨੂੰ ਆਪਾਂ ਇਲੈਕਟ੍ਰੋਮੋਟਿਵ ਫੋਰਸ ਬੋਲ ਦਿੱਤਾ, ਬਟ ਐਕਚੁਅਲ 'ਚ EMF ਕੀ ਹੈ ਉਹਨੂੰ ਸਮਝਦੇ ਹਾਂ. ਤੇ ਡੈਫੀਨੇਸ਼ਨ ਹੈ ਇਲੈਕਟ੍ਰੋਮੋਟਿਵ ਫੋਰਸ ਦੀ ਕਿ EMF of a cell is defined as the maximum potential difference between the terminals of the two electrodes of the cell. ਜਦੋਂ ਇਸ ਸੈੱਲ ਦੇ ਵਿੱਚੋਂ ਕੋਈ ਵੀ ਕਰੰਟ ਡਰਾ ਨਹੀਂ ਕਰਵਾਇਆ ਜਾ ਰਿਹਾ, ਕਲੀਅਰ? मतलब EMF की है सैल दी कि वो मैक्सिमम पोटेंशियल डिफरेंस बिटवीन टू इलैक्ट्रोड्स ऑफ द सैल जदों ये विचों कोई भी करंट पास या ये विचों करंट ड्रॉ नहीं किया जा रहा. मतलब असीं इदां कह सकते हैं कि जदों सैल ओपन सर्किट दे विच होए ते उहदे दोने टर्मिनल्स दे विचकार जिहड़ा पोटेंशियल डिफरेंस हुंदा है उस पोटेंशियल डिफरेंस नूं असीं EMF बोलदे हैं. EMF मैं तुहानूं कहा फोर्स नहीं है, की है ये वो अमाउंट ऑफ वर्क है जिहड़ा ये सैल कर सकता है एक यूनिट पॉजिटिव चार्ज नूं सर्किट दे विच एक बारी घुमाउण दे लई, ठीक है. ये डेफिनेशन है दी EMF दी. SI यूनिट इहदे वोल्ट ही रहणगे क्योंकि वर्क डन पर यूनिट चार्ज पोटेंशियल डिफरेंस ही तो हुंदा और EMF भी पोटेंशियल डिफरेंस ही है बिटवीन टू टर्मिनल्स ऑफ द सैल जदों इहदे विचों कोई करंट ड्रॉ नहीं किया जा रहा. इस करके दे SI यूनिट वोल्ट ही रहेंगे, ठीक है. नैक्सट डेफिनेशन आती है साडे कोल टर्मिनल पोटेंशियल डिफरेंस ऑफ द सैल. हुण देखो जिस तरह टर्मिनल पोटेंशियल डिफरेंस नूं आपां डिफाइन करना है तो असीं कहांगे it is defined as the potential difference between two electrodes of the cell in a closed circuit. मतलब ਜਦੋਂ ਸਰਕਟ ਕਲੋਜ਼ ਹੈ ਤੇ ਉਹਦੇ ਵਿੱਚੋਂ ਕਰੰਟ ਡਰਾ ਕੀਤਾ ਜਾ ਰਿਹਾ ਹੈ, ਜਦ ਕਿ EMF ਦੇ ਕੇਸ 'ਚ ਅਸੀਂ ਕਿਹਾ ਸੀ ਕਿ potential difference between two electrodes of the cell when no current is drawn from the cell. ਸਰਕਟ ਓਪਨ ਹੀ, ਬਟ ਹੁਣ ਕੀ ਹੈ ਜਦੋਂ ਸਰਕਟ ਨੂੰ ਕਲੋਜ਼ ਕੀਤਾ ਗਿਆ ਹੈ ਫਿਰ ਸੈੱਲ ਦੇ ਦੋਨਾਂ ਟਰਮੀਨਲ ਦੇ ਅਕ੍ਰੋਸ ਜਦੋਂ ਉਹਦੇ जो ਉਹਦੇ पोटेंशियल डिफरेंस ਹੁੰਦਾ ਉਹਨੂੰ ਆਪਾਂ टर्मिनल पोटेंशियल डिफरेंस बोलते हैं ਜਦੋਂ ਸੈੱਲ ਦੇ ਵਿੱਚੋਂ ਕਰੰਟ ਡਰਾ ਕੀਤਾ ਜਾ ਰਿਹਾ ਹੈ, ठीक है.
ਇਹਨੂੰ ਆਪਾਂ V ਦੇ ਨਾਲ ਡਿਨੋਟ ਕਰਦੇ ਹਾਂ, EMF ਨੂੰ ਆਪਾਂ ਕੈਪੀਟਲ E ਦੇ ਨਾਲ ਡਿਨੋਟ ਕਰਦੇ ਹਾਂ, ਜਦਕਿ ਦੋਨੋਂ ਹੀ ਪੋਟੈਂਸ਼ੀਅਲ ਡਿਫਰੈਂਸਿਸ ਹੈ, ਇਸ ਕਰਕੇ ਦੋਨਾਂ ਦੇ ਹੀ ਯੂਨਿਟ ਜਿਹੜੇ ਆ ਉਹ ਵੋਲਟ ਹੀ ਰਹਿਣਗੇ। ਬਸ ਇਹਦੇ ਵਿੱਚ ਸਰਕਟ ਕਲੋਜ਼ ਹੈ, EMF ਨੂੰ ਡਿਫਾਈਨ ਕਰਦੇ ਵੇਲੇ ਸਰਕਟ ਨੂੰ ਓਪਨ ਰੱਖਣਾ ਹੈ। ਮਤਲਬ EMF ਉਹ ਵਰਕ ਹੈ ਜਿਹੜਾ ਇੱਕ ਸੈੱਲ ਕਰ ਸਕਦਾ ਹੈ, ਇਹ ਉਹ ਵਰਕ ਹੈ ਜਿਹੜਾ ਇੱਕ ਸੈੱਲ ਕਰ ਰਿਹਾ ਹੈ। ਹੁਣ ਜੋ ਸੈੱਲ ਵਰਕ ਕਰ ਸਕਦਾ ਹੈ ਉਹ ਇਹਦੇ ਦੁਆਰਾ ਕੀਤੇ ਗਏ ਵਰਕ ਦੇ ਨਾਲੋਂ ਜ਼ਿਆਦਾ ਕਰ ਸਕਦਾ ਹੁੰਦਾ ਹੈ, ਬਟ ਇੱਕ ਇਹਦੇ ਵਿੱਚ ਲਿਮਿਟੇਸ਼ਨ ਰਹਿ ਜਾਂਦੀ ਹੈ ਜਿਹਦੀ ਵਜ੍ਹਾ ਕਰਕੇ ਇਹਦੀ ਵੈਲਿਊ ਥੋੜੀ ਘਟ ਜਾਂਦੀ ਹੈ। ਉਹ ਲਿਮਿਟੇਸ਼ਨ ਨੂੰ ਆਪਾਂ ਇੰਟਰਨਲ ਰੈਜ਼ਿਸਟੈਂਸ ਬੋਲਦੇ ਹਾਂ। ਹੁਣ ਇੰਟਰਨਲ ਰੈਜ਼ਿਸਟੈਂਸ ਕੀ ਹੈ? ਇੰਟਰਨਲ ਰੈਜ਼ਿਸਟੈਂਸ ਨੂੰ ਸਮਝਣ ਦੇ ਲਈ ਮੈਂ ਇੱਕ ਸੈੱਲ ਲੈਣਾ, ਇਲੈਕਟ੍ਰੋਕੈਮੀਕਲ ਸੈੱਲ। ਇਹਦੇ ਵਿੱਚ ਇੱਕ ਵੈਸਲ ਹੈ, ਇਹਦੇ ਵਿੱਚ 2 ਇਲੈਕਟ੍ਰੋਡਸ ਹੈ, ਵਿੱਚ ਇਲੈਕਟ੍ਰੋਲਾਈਟ ਹੈ, ਠੀਕ ਹੈ। ਇਹਦੇ ਵਿੱਚ ਇਲੈਕਟ੍ਰੋਲਾਈਟ ਡਿਸੋਸੀਏਟ ਹੋ ਗਿਆ ਆਇਨਸ ਦੇ ਵਿੱਚ, ਪੋਜ਼ਿਟਿਵ ਆਇਨ ਵੀ ਹੈ, ਨੈਗੇਟਿਵ ਆਇਨ ਵੀ ਹੈ। ਇਹ ਸੈੱਲ ਦਾ ਹੁਣ ਤੁਹਾਨੂੰ ਪਤਾ ਹੀ ਹੈ, ਹਰ ਸੈੱਲ ਦਾ ਇੱਕ ਪੋਜ਼ਿਟਿਵ ਟਰਮੀਨਲ ਹੁੰਦਾ ਹੈ, ਇੱਕ ਨੈਗੇਟਿਵ ਟਰਮੀਨਲ ਹੁੰਦਾ, ਠੀਕ ਹੈ। ਜਦੋਂ ਇਹਦੇ ਨਾਲ ਕੋਈ ਵੀ ਐਕਸਟਰਨਲ ਸਰਕਟ ਨਹੀਂ ਜੋੜਿਆ ਗਿਆ, ਉਸ ਵੇਲੇ ਇਹਦੇ ਦੋਨਾਂ ਟਰਮੀਨਲ ਦੇ ਵਿਚਕਾਰ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ, ਇਹਦਾ ਨਾਮ ਰੱਖਿਆ ਆਪਾਂ EMF, ਕੈਪੀਟਲ E। ਬਟ ਜਦੋਂ ਮੈਂ ਇਹਨੂੰ ਜੋੜ ਦਿੱਤਾ ਇਸ ਤਰ੍ਹਾਂ, ਤੇ ਜਿਹੜੇ ਪੋਜ਼ਿਟਿਵ ਆਇਨ ਹੈ ਉਹ ਫਲੋ ਕਰਦੇ ਆ ਫਰੋਮ ਨੈਗੇਟਿਵ ਟੂ ਪੋਜ਼ਿਟਿਵ, ਠੀਕ ਹੈ। ਪੋਜ਼ਿਟਿਵ ਆਇਨ ਨੇ ਇੱਧਰਲੇ ਪਾਸੇ ਫਲੋ ਕਰਨਾ, ਠੀਕ ਹੈ। ਕਿਉਂ ਫਲੋ ਕਰਨਾ? ਕਿਉਂਕਿ ਇੱਧਰੋਂ ਪੋਜ਼ਿਟਿਵ ਚਾਰਜ ਇੱਧਰ ਜਾ ਰਿਹਾ, ਇਹਨੂੰ ਨਿਊਟਰਲਾਈਜ਼ ਕਰ ਰਿਹਾ। ਫਿਰ ਇਹਦੇ ਪੋਜ਼ਿਟਿਵ ਚਾਰਜ ਨੂੰ ਮੇਨਟੇਨ ਰੱਖਣ ਦੇ ਲਈ ਪੋਜ਼ਿਟਿਵ ਆਇਨ ਨੂੰ ਇਹਦੇ ਨਾਲ ਜੁੜਨਾ ਹੀ ਪੈਣਾ ਤਾਂ ਕਿ ਇਹਦਾ ਪੋਜ਼ਿਟਿਵ ਚਾਰਜ ਕਨਸਟੈਂਟ ਬਣ ਪਾਏ। ਤੇ ਇਹ ਨੈਗੇਟਿਵ ਨੇ ਇਹਨੂੰ ਨੈਗੇਟਿਵ ਬਣਾਉਣ ਦੀ ਹੀ ਕੋਸ਼ਿਸ਼ ਕਰਨੀ ਹੈ ਤਾਂ ਕਿ ਜਿੰਨਾ ਪਹਿਲੇ ਚਾਰਜ ਹੀ ਦੋਨਾਂ ਇਲੈਕਟ੍ਰੋਡਸ ਕੋ ਉਨਾ ਹੀ ਰਹੇ। ਹੁਣ ਜਦੋਂ ਇਹ ਮੂਵ ਕਰਨਗੇ ਇਨ ਇਲੈਕਟ੍ਰੋਲਾਈਟ ਤੇ ਕੀ ਹੋਏਗਾ? ਇਹਨਾਂ ਦੀ ਆਪਸ ਦੇ ਵਿੱਚ ਵੀ ਕੋਲੀਜ਼ਨ ਹੋਣਗੇ, ਅਦਰ ਆਇਨਸ ਦੇ ਨਾਲ ਵੀ ਕੋਲੀਜ਼ਨ ਹੋਣਗੇ, ਤੇ ਜਿਹੜੇ ਮੋਲੀਕੂਲ ਡਿਸੋਸੀਏਟ ਨਹੀਂ ਕੀਤੇ ਉਹਨਾਂ ਨਾਲ ਵੀ ਕੋਲੀਜ਼ਨ ਹੋਣਗੇ। ਇਹਨਾਂ ਦੀ ਕੋਲੀਜ਼ਨਸ ਦੀ ਵਜ੍ਹਾ ਦੇ ਕਰਕੇ ਇਹਨਾਂ ਦਾ ਮੋਸ਼ਨ ਅਪੋਜ਼ ਹੋਏਗਾ ਔਰ ਇਹਨਾਂ ਦਾ ਜਿਹੜਾ ਆਇਨਿਕ ਕਰੰਟ ਹੈ ਉਹਨੂੰ ਇੱਕ ਆਪੋਜੀਸ਼ਨ ਆਫਰ ਹੋਏਗੀ ਜਿਹਦਾ ਨਾਮ ਅਸੀਂ ਰੱਖਿਆ ਇੰਟਰਨਲ ਰੈਜ਼ਿਸਟੈਂਸ ਆਫ ਦਾ ਸੈੱਲ, ਠੀਕ ਹੈ। EMF ਹੀ ਜਿੰਨਾ ਵਰਕ ਉਹ ਕਰ ਸਕਦਾ ਸੀ, ਬਟ ਉਹ EMF ਦਾ ਕੁਝ ਪਾਰਟ ਤੇ ਚਾਰਜ ਨੂੰ ਐਕਸਟਰਨਲ ਸਰਕਟ ਦੇ ਵਿੱਚੋਂ ਲੈ ਕੇ ਜਾਣ ਵਾਸਤੇ ਯੂਟਿਲਾਈਜ਼ ਹੋ ਰਿਹਾ ਔਰ ਕੁਝ ਪਾਰਟ ਇਹਨਾਂ ਆਇਨਸ ਦੀ ਆਪੋਜੀਸ਼ਨ ਨੂੰ ਓਵਰਕਮ ਕਰਨ ਦੇ ਲਈ ਵੀ ਯੂਟਿਲਾਈਜ਼ ਹੋ ਰਿਹਾ। ਤੇ ਜੋ ਪੋਟੈਂਸ਼ੀਅਲ ਡਿਫਰੈਂਸ ਕਲੋਜ਼ ਸਰਕਟ ਦੇ ਵਿੱਚ ਬਣਿਆ ਉਹ EMF ਦੇ ਨਾਲੋਂ ਥੋੜਾ ਜਿਹਾ ਘਟ ਗਿਆ। ਕਿੰਨਾ ਘਟਿਆ? ਜਿੰਨਾ EMF ਦਾ ਪਾਰਟ ਇਸ ਇੰਟਰਨਲ ਰੈਜ਼ਿਸਟੈਂਸ ਨੂੰ ਓਵਰਕਮ ਕਰਨ ਦੇ ਵਿੱਚ ਯੂਟਿਲਾਈਜ਼ ਹੋ ਗਿਆ। ਹੁਣ ਇੰਟਰਨਲ ਰੈਜ਼ਿਸਟੈਂਸ ਦੀ ਡੈਫੀਨੇਸ਼ਨ ਕੀ ਬਣੀ ਫਿਰ? It is the resistance offered by electrolyte of the cell to the flow of current between its electrodes. ਇਹਦੇ electrodes ਦੇ ਵਿੱਚ ਜਿਹੜਾ ਕਰੰਟ ਹੈ, ਇਲੈਕਟ੍ਰੋਲਾਈਟ ਜਿੰਨੀ ਉਹਨੂੰ opposition offer ਕਰਦਾ ਹੈ, ਉਸ opposition ਦਾ ਨਾਮ ਹੀ ਰੱਖਿਆ internal resistance। ਇਹਦਾ ਕਾਜ਼ ਮੈਂ ਤੁਹਾਨੂੰ ਸਮਝਾਈ ਦਿੱਤਾ ਕਿ ਕੀ ਕਾਰਨ ਹੈ, ਠੀਕ ਹੈ, internal resistance ਦਾ। ਇੱਕ ਵਾਰੀ ਫਿਰ ਸਮਝਣਾ ਤੇ ਦੁਬਾਰਾ ਸਮਝ ਲਓ। ਜਦੋਂ ਸਰਕਟ ਕਲੋਜ਼ ਹੁੰਦਾ ਹੈ, ਕਰੰਟ ਫਲੋ ਕਰਦਾ ਹੈ ਸਰਕਟ ਦੇ ਵਿੱਚੋਂ ਫਰੋਮ ਪੋਜ਼ਿਟਿਵ ਟਰਮੀਨਲ ਟੂ ਨੈਗੇਟਿਵ ਟਰਮੀਨਲ, ਬਟ ਇਨਸਾਈਡ ਦਾ ਸੈੱਲ ਜਿਹੜੇ ਪੋਜ਼ਿਟਿਵ ਆਇਨ ਹੁੰਦੇ ਆ ਉਹ ਨੈਗੇਟਿਵ ਤੋਂ ਪੋਜ਼ਿਟਿਵ ਵੱਲ ਫਲੋ ਕਰਦੇ ਆ, ਤੇ ਜਿਹੜੇ ਨੈਗੇਟਿਵ ਆਇਨ ਹੁੰਦੇ ਆ ਉਹ ਪੋਜ਼ਿਟਿਵ ਤੋਂ ਨੈਗੇਟਿਵ ਵਾਲੇ ਪਾਸੇ ਫਲੋ ਕਰਦੇ ਆ, ਠੀਕ ਹੈ। ਔਰ ਇਹ ਕਿਉਂ ਫਲੋ ਕਰਦੇ ਆ? ਕਿਉਂਕਿ ਮੇਨਟੇਨ ਰੱਖਣ ਵਾਸਤੇ ਇਹਨਾਂ ਦੇ ਪੋਟੈਂਸ਼ੀਅਲ ਡਿਫਰੈਂਸ ਨੂੰ। ਹੁਣ ਜਦੋਂ ਇਹਨਾਂ ਦੀ ਮੂਵਮੈਂਟ ਹੁੰਦੀ ਹੈ, ਇੱਕ ਕੋਲਾਈਡ ਕਰਦੇ ਆ ਅਦਰ ਆਇਨਸ ਦੇ ਨਾਲ ਤੇ ਮੋਲੀਕਿਊਲਸ ਆਫ ਇਲੈਕਟ੍ਰੋਲਾਈਟਸ ਦੇ ਨਾਲ। ਕੁਝ ਰੈਜ਼ਿਸਟੈਂਸ ਆਫਰਡ ਹੁੰਦੀ ਹੈ ਇਲੈਕਟ੍ਰੋਲਾਈਟ ਦੀ ਔਰ ਇਸ ਰੈਜ਼ਿਸਟੈਂਸ ਦਾ ਨਾਮ ਅਸੀਂ ਇੰਟਰਨਲ ਰੈਜ਼ਿਸਟੈਂਸ ਰੱਖ ਦਿੰਦੇ ਆ, ਠੀਕ ਹੈ। ਇਸ ਕੁਐਸਚਨ ਨੂੰ ਸਮਝਦੇ ਹਾਂ ਕਿ ਕਿਸੇ ਵੀ ਕਲੋਜ਼ ਸਰਕਟ ਦੇ ਵਿੱਚ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਹਮੇਸ਼ਾ EMF ਦੇ ਨਾਲੋਂ ਘੱਟ ਹੁੰਦਾ, ਠੀਕ ਹੈ। ਇਹ ਮੈਂ ਤੁਹਾਨੂੰ ਸਮਝਾ ਵੀ ਚੁੱਕਾ, ਫਿਰ ਇੱਕ ਵਾਰੀ ਦੁਬਾਰਾ ਬੋਲਦਾ। ਜਦੋਂ ਇਲੈਕਟ੍ਰਿਕ ਕਰੰਟ ਸਰਕਟ ਦੇ ਵਿੱਚੋਂ ਫਲੋ ਕਰਦਾ ਹੈ ਤੇ ਕੁਝ ਪੋਟੈਂਸ਼ੀਅਲ ਜਿਹੜਾ ਹੈ ਇੰਟਰਨਲ ਰੈਜ਼ਿਸਟੈਂਸ ਦੇ ਅਕ੍ਰੋਸ ਡ੍ਰੌਪ ਹੋ ਜਾਂਦਾ ਹੈ, ਠੀਕ ਹੈ। ਤੇ ਇਸ ਵਜ੍ਹਾ ਕਰਕੇ ਜਿਹੜਾ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਹੈ ਬਿਟਵੀਨ ਦਾ ਟਰਮੀਨਲ ਆਫ ਸੈੱਲ ਬਿਕਮ ਲੈਸ ਦੈਨ ਦਾ EMF ਆਫ ਦਾ ਸੈੱਲ। ਬਸ ਇੰਨਾ ਹੀ ਹੈ, ਕਿਉਂਕਿ ਜਿਹੜੀ EMF ਦਾ ਕੁਝ ਪਾਰਟ ਇੰਟਰਨਲ ਰੈਜ਼ਿਸਟੈਂਸ ਦੇ ਵਿੱਚ ਡ੍ਰੌਪ ਹੋ ਜਾਂਦਾ ਹੈ ਇਸ ਵਜ੍ਹਾ ਕਰਕੇ।
ਜਿਹੜੇ ਸੈੱਲ ਦੇ ਦੋਨੇ ਟਰਮੀਨਲ ਦੇ ਵਿਚਕਾਰ ਕਲੋਜ਼ ਸਰਕਟ ਦੇ ਦੌਰਾਨ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਥੋੜੀ ਘਟ ਜਾਂਦੀ ਹੈ। ਠੀਕ ਹੈ, ਉਹ ਕਿੰਨੀ ਘਟਦੀ ਹੈ ਕਿ ਜੇਕਰ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ V ਹੈ ਤੇ EMF ਪਹਿਲੇ ਹੀ ਉਹਦੇ ਵਿੱਚੋਂ ਕੁਝ ਪਾਰਟ ਇੰਟਰਨਲ ਰੈਜ਼ਿਸਟੈਂਸ ਦੇ ਕ੍ਰਾਸ ਡ੍ਰੌਪ ਹੋ ਗਿਆ। ਇਹ ਪੋਟੈਂਸ਼ੀਅਲ ਡਿਫਰੈਂਸ ਹੈ, ਕਿਉਂਕਿ ਓਮਸ ਲਾਅ ਕੀ ਕਹਿੰਦਾ ਪੋਟੈਂਸ਼ੀਅਲ ਡਿਫਰੈਂਸ ਕਿਹਦੇ ਬਰਾਬਰ ਹੁੰਦਾ? ਕਰੰਟ ਮਲਟੀਪਲਾਈ ਰੈਜ਼ਿਸਟੈਂਸ। ਤੇ ਮੈਂ ਕਿਹਦੀ ਰੈਜ਼ਿਸਟੈਂਸ ਦੀ ਗੱਲ, ਕਿਹਦੀ ਇੰਟਰਨਲ ਰੈਜ਼ਿਸਟੈਂਸ ਦੇ ਕ੍ਰਾਸ ਪੋਟੈਂਸ਼ੀਅਲ ਡ੍ਰੌਪ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਕਰੰਟ ਮਲਟੀਪਲਾਈ ਇੰਟਰਨਲ ਰੈਜ਼ਿਸਟੈਂਸ। ਇੰਨੀ ਵੈਲਿਊ EMF ਦੇ ਨਾਲੋਂ ਥੋੜੀ ਘੱਟ ਜਾਂਦੀ ਹੈ, ਤਾਂ ਕਰਕੇ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਇਜ਼ ਲੈਸ ਦੈਨ EMF ਬਾय ਦ ਅਮਾਉਂਟ ਇਕੁਅਲ ਟੂ potential drop across the internal resistance। ਇੰਨਾ ਘੱਟ ਹੁੰਦਾ ਬਸ। ਠੀਕ ਹੈ, ਹੁਣ ਇਹ ਅਸੀਂ ਸਮਝਿਆ ਕਿ ਇੰਟਰਨਲ ਰੈਜ਼ਿਸਟੈਂਸ ਦਾ ਕਨਸੈਪਟ ਕੀ ਹੈ, ਟਰਮੀਨਲ ਪੋਟੈਂਸ਼ੀਅਲ ਡਿਫਰੈਂਸ EMF ਨਾਲੋਂ ਘੱਟ ਕਿਉਂ ਹੁੰਦਾ। ਇਸ ਤੋਂ ਬਾਅਦ ਅਸੀਂ ਇਹਦਾ ਇੰਟਰਨਲ ਰੈਜ਼ਿਸਟੈਂਸ ਦਾ ਐਕਸਪ੍ਰੈਸ਼ਨ ਡਰਾਈਵ ਕਰਦੇ ਹਾਂ। ਐਕਸਪ੍ਰੈਸ਼ਨ ਡਰਾਈਵ ਕਰਨ ਦੇ ਲਈ ਮੈਂ ਇੱਕ ਸੈੱਲ ਲਿਆ ਜਿਹਦੀ EMF E ਹੈ, ਉਹਦੀ ਇੰਟਰਨਲ ਰੈਜ਼ਿਸਟੈਂਸ ਸਮਾਲ r ਹੈ, ਇਹਦੇ ਦੋਨਾਂ ਟਰਮੀਨਲਸ ਨੂੰ ਕਨੈਕਟ ਕਰ ਦਿੱਤਾ एक्सटर्नल रेजिस्टेंस कैपिटल R ਦੇ ਨਾਲ। ਇਹਦੇ ਵਿੱਚੋਂ ਕਰੰਟ ਡਰਾ ਹੋ ਰਿਹਾ I। ਠੀਕ ਹੈ, ਔਰ ਇਹਦੇ ਕ੍ਰਾਸ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆਏਗਾ ਉਹਨੂੰ ਆਪਾਂ V ਦੇ ਨਾਲ ਲਿਖਾਂਗੇ। ਕਲੀਅਰ। ਹੁਣ ਜਿਹੜੀ EMF ਹੈ ਸੈੱਲ ਦੀ, ਉਹਦੇ ਵਿੱਚ ਪੋਟੈਂਸ਼ੀਅਲ ਜਿੰਨਾ ਡ੍ਰੌਪ ਹੋਇਆ ਇਹਦੇ ਕ੍ਰਾਸ, ਪੋਟੈਂਸ਼ੀਅਲ ਜਿੰਨਾ ਡ੍ਰੌਪ ਹੋਇਆ ਇਹਦੇ ਕ੍ਰਾਸ, ਦੋਨਾਂ ਦੇ ਕ੍ਰਾਸ ਪੋਟੈਂਸ਼ੀਅਲ ਡ੍ਰੌਪ ਆਏਗਾ। ਮੰਨ ਲਓ ਇਹਦਾ ਪੋਟੈਂਸ਼ੀਅਲ ਡ੍ਰੌਪ ਹੈ V प्लस ਇਹਦੇ क्रॉस पोटेंशियल ड्रॉप है स्मॉल r ਦੇ क्रॉस, ਹੁਣ ਮੈਂ V ਡੈਸ਼ ਮੰਨ ਲਾਂਗਾ। ਠੀਕ ਹੈ, ਮੈਂ ਦੋਨਾਂ ਦੀ ਹੀ ਵੈਲਿਊ ਪੁੱਟ ਕਰਦਾ ਓਮਸ ਲਾਅ ਦੇ ਅਕੋਰਡਿੰਗ। ਜਿਹੜਾ ਇਹਦੇ ਵਿੱਚੋਂ ਕਰੰਟ ਗੁਜ਼ਰਿਆ I, ਰੈਜ਼ਿਸਟੈਂਸ ਕਿੰਨੀ ਹੈ? ਕੈਪੀਟਲ R, ਤੇ ਇਹਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਡ੍ਰੌਪ ਹੋਇਆ? IR, ਪਲੱਸ ਇਹਦੇ ਵਿੱਚੋਂ ਵੀ ਕਰੰਟ ਕਿੰਨਾ ਗੁਜ਼ਰਿਆ? I, ਪਰ ਇਹਦੀ ਰੈਜ਼ਿਸਟੈਂਸ ਕਿੰਨੀ ਹੈ? स्मॉल r, ਇਸ ਕਰਕੇ ਮੈਂ ਇੱਥੇ स्मॉल r ਲਿਖਾਂਗਾ। ਕਲੀਅਰ। ਇੱਥੇ ਮੇਰੇ ਕੋਲ ਆ ਜਾਏਗਾ E is equal to I common कैपिटल R प्लस स्मॉल r। क्लियर। इथों I किदे इक्वल आ जाएगा? I is equal to E upon कैपिटल R प्लस स्मॉल r। क्लियर। इन्ना समझ आ गया सानू। हुण ये तो है करंट इन द सर्किट। हुण फिर तो मैं ओम्स लॉ अप्लाई किया, V is equal to IR। ठीक है, अकॉर्डिंग टू ओम्स लॉ। V नूं अद्धा ही रहन दो, करंट की वैल्यू है वाली पुट करो इत्थे E अपॉन कैपिटल R प्लस स्मॉल r इंटू कैपिटल R। ठीक है, क्रॉस मल्टीप्लाई करांगे, R प्लस स्मॉल r नूं इधर ले जाएंगे, E अपॉन V इंटू कैपिटल R इधर आ जाएगा। ठीक है, इत्थों मैं कैपिटल R नूं भी उधर ले जांदा, स्मॉल r इज इक्वल टू E अपॉन V इंटू कैपिटल R माइनस कैपिटल R। इत्थों कैपिटल R नूं कॉमन ले लो, E माइनस V माइनस 1 इंटू कैपिटल R। ठीक है, दिस इज द एक्सप्रेशन फॉर इंटरनल रेजिस्टेंस ऑफ द सैल। इस सैल दी इंटरनल रेजिस्टेंस का एक साडे कोल एक्सप्रेशन बन गया। हुण इहदे बेस ते उत्ते एक दो न्यूमेरिकल्स दिखदे हैं। पहला न्यूमेरिकल है कि एक स्कूटर की बैटरी है, उहदी EMF 6 वोल्ट है ते उहदी इंटरनल रेजिस्टेंस 0.2 ओम है ते उहदे विचों मैक्सिमम करंट गुजरिया है। मैक्सिमम करंट सैल दे विचों या बैटरी दे विचों तां ही गुजरदा जे एक्सटर्नल रेजिस्टेंस 0 दे बराबर होए। ठीक है, ते कहंदा फाइंड द वैल्यू ऑफ मैक्सिमम करंट फ्लोइंग ड्रॉन फ्रॉम द बैटरी, कि मैक्सिमम करंट कितना ड्रॉ होया। असी फार्मूला पढ़िया I इज इक्वल टू E अपॉन कैपिटल R प्लस स्मॉल r। E कितना 6, कैपिटल R कितना 0, स्मॉल r कितना 0.2, मतलब 60 अपॉन 2 इज इक्वल टू 30 एम्पीयर करंट ਇਹਦੇ ਵਿੱਚੋਂ फ्लो ड्रॉ किया जा सकता। ठीक है, नैक्सट क्वेश्चन है, एक सैल है, ਉਹਦੀ इंटरनल रेजिस्टेंस फाइंड करनी है। ਜਿਹੜੇ सैल ਦੀ EMF 2 वोल्ट है और ਉਹਦਾ टर्मिनल पोटेंशियल डिफरेंस 1 वोल्ट है, ਤੇ ਉਹਨੂੰ ਆਪਾਂ 10 ओम ਦੀ रेजिस्टेंस ਦੇ ਨਾਲ 12 ਦੀ कनैक्ट कर ਦਿੱਤਾ। ਇਹ क्वेश्चन है, इंटरनल रेजिस्टेंस ਕੱਢਣੀ है। सीधा फार्मूला यूज करो, E अपॉन V माइनस 1 इंटू R।
ई की वैल्यू 2, वोल्टेज 1 -1 इंटू 10, 2 - 1 1, 10 हम इंटरनल रजिस्टेंस सैल की आ गई। अज के लिए इन्ना ही करते हैं। मेरिया गल्लां नूं ध्यान नाल सुनिया। थैंक यू सो मच। थैंक यू वेरी मच।